ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਤੁਹਾਨੂੰ। ਅਸੀਂ ਹਮੇਸ਼ਾ ਕੋਸ਼ਿਸ਼ ਕਰੀਦੀ ਹੈ ਕਿ ਅਸੀਂ ਕੋਵਿਡ-19 ਦੇ ਚੱਲਦਿਆਂ ਹਰ ਇੱਕ ਉਸ ਸ਼ਖਸੀਅਤ ਦੇ ਨਾਲ ਤੁਹਾਡੀ ਗੱਲਬਾਤ ਕਰਾਈਏ ਜਿਹੜੇ ਇਸ ਵਕਤ ਫਰੰਟ ਲਾਈਨ ਤੇ ਹੋ ਕੇ ਵੀ ਕੰਮ ਕਰ ਰਹੇ ਨੇ ਤੇ ਬਹੁਤ ਸਾਰੀਆਂ ਅਜਿਹੀਆਂ ਸ਼ਖਸੀਅਤਾਂ ਜੋ ਘਰੇ ਬੈਠ ਕੇ ਬਹੁਤ ਸਾਰੇ ਵਧੀਆ ਪੋਜ਼ਿਟਿਵ ਮੈਸੇਜ ਦੇ ਰਹੇ ਨੇ। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਰਾਈਟਰਸ ਦੀ ਤੇ ਬਹੁਤ ਸਾਰੇ ਰਾਈਟਰ ਸਾਡੇ ਆਪਣੇ ਸ਼ਹਿਰ 'ਚ ਨੇ, ਪਰ ਅਸੀਂ ਕੋਸ਼ਿਸ਼ ਕਰੀਦੀ ਹੈ ਕਿ ਅਸੀਂ ਆਪਣੇ ਗੁਆਂਢੀ ਸ਼ਹਿਰ ਦੇ ਵਿੱਚ ਜਿਹੜੇ ਰਾਈਟਰ ਆ ਉਹਨਾਂ ਨੂੰ ਤੁਹਾਡੇ ਰੂਬਰੂ ਕਰਾਈਏ। ਸੋ ਮਨਜੀਤ ਕੌਰ ਗਿੱਲ ਜਿਹੜੇ ਪੰਜਾਬੀ ਸਾਹਿਤ ਸਭਾ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ ਔਰ ਬੜੇ ਲੰਬੇ ਸਮੇਂ ਤੋਂ ਕਹਿ ਲਓ ਕਿ ਸਾਹਿਤ ਦੇ ਨਾਲ ਜੁੜੇ ਹੋਏ ਨੇ। ਬਹੁਤ ਵਧੀਆ ਇਹਨਾਂ ਦੀਆਂ ਲਿਖਤਾਂ ਨੇ, ਮੈਂ ਅਕਸਰ ਇਹਨਾਂ ਨੂੰ ਫੋਲੋ ਕਰਦੀ ਰਹਿੰਦੀ ਹਾਂ, ਪੜ੍ਹਦੀ ਰਹਿੰਦੀ ਹਾਂ। ਔਰ ਕਹਿੰਦੇ ਇੱਕ ਔਰਤ ਦੇ ਬਹੁਤ ਰੂਪ ਹੁੰਦੇ ਆ, ਉਹਦੀ ਸ਼ਖਸੀਅਤ ਬਹੁਤ ਵੱਖ-ਵੱਖ ਰੂਪਾਂ ਦੇ ਵਿੱਚ ਉੱਭਰ ਕੇ ਸਾਡੇ ਸਾਹਮਣੇ ਆਉਂਦੀ ਆ। ਉਹ ਇੱਕ ਮਾਂ ਵੀ ਆ, ਉਹ ਇੱਕ ਧੀ ਵੀ ਆ, ਉਹ ਇੱਕ ਭੈਣ ਵੀ ਆ, ਇੱਕ ਪਤਨੀ ਵੀ ਆ ਤੇ ਉਹ ਬਾਹਰ ਵੀ ਕੰਮ ਕਰਦੀ ਆ, ਆਪਣਾ ਘਰ ਪਰਿਵਾਰ ਵੀ ਸਾਂਭਦੀ ਆ, ਜੀਵਨ ਸਾਥੀ ਦੇ ਵੀ ਮੋਢੇ ਨਾਲ ਮੋਢਾ ਲਾ ਕੇ ਬਾਹਰ ਫੀਲਡ ਦੇ ਵਿੱਚ ਜਾ ਕੇ ਵੀ ਕੰਮ ਕਰਦੀ ਆ, ਕਮਾ ਕੇ ਲਿਆ ਕੇ ਪਰਿਵਾਰ ਵੀ ਪਾਲਦੀ ਆ ਤੇ ਫਿਰ ਆਪਣੀਆਂ ਫੀਲਿੰਗਸ ਜਿਹੜੀਆਂ ਭਾਵਨਾਵਾਂ ਆ, ਜੋ ਉਸ ਦੀ ਸੋਚ ਆ, ਉਹਨੂੰ ਕਲਮਬੰਦ ਵੀ ਕਰਦੀ ਆ। ਸੋ ਜਦੋਂ ਅਸੀਂ ਕਲਮਬੰਦ ਕਿਸੇ ਚੀਜ਼ ਨੂੰ ਕਰਦੇ ਆ ਤੇ ਮੋਤੀਆਂ ਵਾਂਗੂ ਅੱਖਰ ਪਰੋਣੇ, ਸਮਾਂ ਕੱਢਣਾ, ਕਿਵੇਂ ਸਾਰਾ ਕੁਝ ਮੈਨੇਜ ਕਰਦੀ ਆ, ਇਹ ਵੀ ਇੱਕ ਸੋਚਣ ਵਾਲੀ ਗੱਲ ਆ। ਤੇ ਜਿਨ੍ਹਾਂ ਨੂੰ ਮੈਂ ਤੁਹਾਨੂੰ ਕਹਿੰਨੀ ਆ ਕਿ ਮਿਲਾਉਣਾ ਆ ਨਾ ਮਨਜੀਤ ਕੌਰ ਗਿੱਲ ਹੋਣਾ ਨੂੰ, ਇਹ ਫਰੰਟ ਲਾਈਨ ਵਰਕਰ ਨੇ। ਸੋ ਕੋਵਿਡ-19 ਦੇ ਚੱਲਦੇ ਆ ਬਹੁਤ ਸਾਰੇ ਲੋਕਾਂ ਨੇ ਘਰੀ ਬੈਠ ਗਏ ਨੇ, ਆਪਣੇ ਕੰਮ ਛੱਡ ਦਿੱਤੇ ਨੇ ਡਰ ਦੇ ਕਾਰਨ, ਪਰ ਇਹ ਕੰਮ ਕਰਦੇ ਨੇ, ਨਰਸ ਅਸਿਸਟੈਂਟ ਨੇ ਔਰ ਬੜੀ ਵਧੀਆ ਇਹਨਾਂ ਦੀ ਆਪਣੀ ਜੌਬ ਵੀ ਆ ਤੇ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਬੜਾ ਵਧੀਆ ਲਿਖਦੇ ਆ। ਸੋ ਅੱਜ ਕੁਛ ਪਲ ਇਹਨਾਂ ਦੇ ਨਾਲ ਬਿਤਾਉਂਦੇ ਆ, ਜੀ ਆਇਆਂ ਇਹਨਾਂ ਨੂੰ ਕਹਿੰਦੇ ਆ। ਸੋ ਮਨਜੀਤ ਕੌਰ ਗਿੱਲ ਜੀ, ਜੀ ਆਇਆਂ ਨੂੰ ਤੁਹਾਨੂੰ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਕਿਵੇਂ ਤੁਸੀਂ ਠੀਕ ਠਾਕ ਹੋ ਜੀ ਮਨਜੀਤ ਜੀ? ਹਾਂਜੀ ਬਿਲਕੁਲ ਠੀਕ ਹੈ, ਤੁਸੀਂ ਸੁਣਾਓ? ਬਹੁਤ ਵਧੀਆ। ਤੇ ਪਹਿਲਾਂ ਤਾਂ ਜੀ ਤੁਸੀਂ ਬੜੇ ਸਟਰੋਂਗ ਹੋ, ਬੜੇ ਬਹਾਦਰ ਹੋ ਕਿ ਤੁਸੀਂ ਫਰੰਟ ਲਾਈਨ ਤੇ ਕੰਮ ਕਰ ਰਹੇ ਹੋ। ਕਿ ਅੱਜ ਕੱਲ੍ਹ ਲੋਕੀ ਤੇ ਡਰਦੇ ਆ, ਘਰਾਂ 'ਚ ਛੁੱਟੀਆਂ ਲੈ ਕੇ ਬੈਠੇ ਆ, ਪਰ ਤੁਸੀਂ ਕੰਮ ਕਰ ਰਹੇ ਹੋ। ਤੁਹਾਡੀ ਵਕੇਸ਼ਨ ਵੀ ਜਿਹੜੀ ਕੈਂਸਲ ਹੋ ਗਈ ਆ। ਸੋ ਕਿਵੇਂ ਦੀ ਸਿਚੁਏਸ਼ਨ ਆ ਤੁਹਾਡੇ ਸ਼ਹਿਰ ਦੀ? ਪਹਿਲਾਂ ਕੋਵਿਡ-19 ਦੇ ਬਾਰੇ ਦੱਸੋ ਜੀ। ਅਸੀਂ ਜਿੱਦਾਂ ਪਹਿਲਾਂ ਨਾਲੋਂ ਮੈਂ ਇਹ ਕਹੂੰਗੀ ਆਪਣੇ ਕੰਮ ਦੇ ਹਿਸਾਬ ਨਾਲ, ਕਿਉਂਕਿ ਮੈਂ ਜ਼ਿਆਦਾ ਤਾਂ ਬਿਲਡਿੰਗ ਦੇ ਅੰਦਰ ਹੀ ਜ਼ਿਆਦਾ ਰਹੀ ਹਾਂ, ਹੋਰ ਕਿਸੇ ਹਸਪੀਟਲ ਜਾਂ ਫੈਸਿਲਿਟੀ ਦੇ ਵਿੱਚ ਮੇਰਾ ਨਹੀਂ ਹੈਗਾ ਐਕਸਪੀਰੀਅੰਸ। ਪਰ ਆਪਣੇ ਜਿੰਨਾ ਕੁ ਮੇਰਾ ਐਕਸਪੀਰੀਅੰਸ ਉਹਦੇ ਹਿਸਾਬ ਨਾਲ ਬੈਕਅਪ ਹੋ ਰਿਹਾ ਆ ਇਹ ਜਿਹੜਾ ਮਾੜਾ ਟਾਈਮ ਆ ਜੀ। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਤੁਸੀਂ ਫਰੰਟ ਲਾਈਨ ਆ, ਤੁਸੀਂ ਇੱਕ ਤੇ ਹੁੰਦੀ ਆ ਕਿ ਨਰਸ ਆ, ਨਰਸ ਨੇ ਆਪਣੀ ਜਿਹੜੀ ਵੀ ਦਵਾਈ ਦੇਣੀ ਆ, ਕੋਈ ਇੰਜੈਕਸ਼ਨ ਲਾਉਣਾ, ਲਾਇਆ ਤੇ ਉਹਦਾ ਕੰਮ ਫਿਨਿਸ਼ ਆ। ਤੁਸੀਂ ਅਸਿਸਟੈਂਟ ਆ, ਤੁਸੀਂ ਉਸ ਪੇਸ਼ੈਂਟ ਦੇ ਨਾਲ ਜ਼ਿਆਦਾ ਟਾਈਮ ਬਤੀਤ ਕਰਦੇ ਆ, ਹਰ ਇੱਕ ਪੇਸ਼ੈਂਟ ਦੇ ਨਾਲ। ਸੋ ਜਿੱਥੇ ਤੁਸੀਂ ਕੰਮ ਕਰਦੇ ਆ ਉੱਥੇ ਵੀ ਇਹੋ ਜਿਹੇ ਕੇਸ ਆਏ ਸੀ ਜੀ? ਹਾਂਜੀ, ਸਾਡੇ ਪਹਿਲਾਂ ਤਾਂ ਇੱਕ ਸੀ ਅਚਾਨਕ, ਤੇ ਫਿਰ ਜਦੋਂ ਉਹਨਾਂ ਨੂੰ ਐਮਰਜੈਂਸੀ 'ਚ ਭੇਜਿਆ ਤੇ ਫਿਰ ਸਾਰਿਆਂ ਦੇ ਜਦੋਂ ਟੈਸਟ ਹੋਏ ਤੇ ਫਿਰ ਸਾਡੇ ਕੋਲ 12 ਪੇਸ਼ੈਂਟ ਨਿਕਲੇ ਜੀ। ਕਿ ਉਹ 12 ਦੇ 12 ਟ੍ਰੀਟਡ ਕੀਤੇ ਗਏ, ਸਰਵਾਈਵ ਹੋ ਗਏ ਕਿ ਜਾਂ ਉਹਨਾਂ ਦੇ ਵਿੱਚੋਂ ਕੁਝ ਦੁਨੀਆ ਤੋਂ ਚਲੇ ਵੀ ਗਏ? ਉਹਨਾਂ ਚੋਂ 5 ਗਏ ਆ ਤੇ ਬਾਕੀ ਆ ਗਏ। ਬਿਲਕੁਲ ਠੀਕ ਹੈ ਜੀ। ਬਿਲਕੁਲ ਤਾਂ ਨਹੀਂ, ਪਰ ਵਾਪਸ ਆ ਗਏ ਤੇ ਉਹਨਾਂ ਦੀ ਹੌਲੀ ਉਹਨਾਂ ਦੀ ਜਿਹੜੀ ਵੀਕਨੈਸ ਆ ਉਹ ਰਿਕਵਰ ਹੋ ਰਹੀ ਹੈ। ਤੁਸੀਂ ਮਨਜੀਤ ਜੀ ਬਹੁਤ ਲਾਗਿਓ ਹੋ ਕੇ ਨਾ ਮਰੀਜ਼ਾਂ ਨੂੰ ਦੇਖਿਆ ਹੈਗਾ, ਕਿਹੋ ਜਿਹੇ ਸਿੰਪਟਮਸ ਆਏ ਸੀ? ਕਿਉਂਕਿ ਬਹੁਤ ਸਾਰੇ ਲੋਕੀ ਬਹੁਤ ਕੁਝ ਕਹਿੰਦੇ ਆ ਕਿ ਫਲੂ ਵਾਂਗੂ ਹੁੰਦਾ ਜਾਂ ਬੁਖਾਰ ਚੜ੍ਹਦਾ। ਤੁਹਾਨੂੰ ਕੀ ਲੱਗਾ ਸੀ? ਕੀ ਸਿੰਪਟਮਸ ਸੀ ਇਹਨਾਂ ਦੇ ਜਦੋਂ ਇਹਨਾਂ ਨੂੰ ਕੋਵਿਡ-19 ਹੋਇਆ? ਹਾਂਜੀ, ਇਹ ਵੱਖਰੇ ਹਰੇਕ ਨਾਲ ਹੀ ਆ ਕਿ ਜਿੱਦਾਂ ਕੁਛ ਪੇਸ਼ੈਂਟ ਐਸੇ ਵੀ ਸੀਗੇ ਜਿਹੜੇ ਤੁਰਦੇ ਫਿਰਦੇ, ਉਹਨਾਂ ਨੂੰ ਨਾ ਕੋਈ ਖੰਘ ਹੁੰਦੀ ਨਾ ਬੁਖਾਰ, ਤੇ ਉਹ ਜਦੋਂ ਟੈਸਟ ਕੀਤਾ ਤੇ ਉਹ ਪੋਜ਼ਿਟਿਵ ਨਿਕਲੇ। ਤੇ ਜਿਹੜੇ ਇੱਕ ਮੇਰਾ ਪੇਸ਼ੈਂਟ ਸੀਗਾ, ਉਹ ਮੈਂ ਹੈਰਾਨੀ ਮੈਨੂੰ ਬਹੁਤ ਆ, ਮੈਂ ਮਿਸ ਵੀ ਕਰਦੀ ਹਾਂ। ਉਹ ਬੜਾ ਸੋਹਣਾ ਤੁਰਦਾ ਸੀਗਾ ਤੇ ਆਪਣੀ ਕੇਅਰ ਆਪ ਕਰਨੀ, ਬੜਾ ਵਧੀਆ ਬੰਦਾ ਸੀਗਾ ਉਹ। ਜਿੱਦਾਂ ਆਪਣੇ ਕਈ ਪੇਸ਼ੈਂਟ ਹੁੰਦੇ ਨਾ ਆਪਣੇ ਆਪ ਨੂੰ ਪੇਸ਼ੈਂਟ ਨਹੀਂ ਸਮਝਦੇ, ਮਰੀਜ਼ ਨਹੀਂ ਸਮਝਦੇ, ਉਹਨੇ ਪੂਰੀ ਆਪਣੀ ਕੇਅਰ ਕਰਨੀ। ਤੇ ਉਹ ਅਚਾਨਕ ਉਹ ਤੁਰਨ ਦੇ ਵਿੱਚ ਉਹਨੂੰ ਪ੍ਰੋਬਲਮ ਆ ਗਈ, ਲੱਤਾਂ ਕੰਬਣ ਲੱਗ ਪਈਆਂ। ਫਿਰ ਉਹਨੂੰ ਠੰਡ ਲੱਗੀ, ਫਿਰ 1 ਬਲੈਂਕਟ 2 ਬਲੈਂਕਟ, ਫਿਰ ਜਿਸ ਵੇਲੇ ਸਾਰੀ ਚੈੱਕਅਪ ਹੋਈ ਤੇ ਉਹਨੂੰ ਵੀ ਭੇਜਿਆ ਐਮਰਜੈਂਸੀ ਤੇ ਉਹ ਵੀ ਪੋਜ਼ਿਟਿਵ ਨਿਕਲਿਆ। ਜਿੱਦਾਂ ਕਹਿੰਦੇ ਨਾ ਫਲੂ,
ਇਹਦੇ ਵਿੱਚ ਮੈਂ ਕਹਿੰਦੀ ਜਿੱਦਾਂ ਠੰਡ ਨਾਲ ਬੁਖਾਰ ਹੁੰਦਾ, ਜਿੱਦਾਂ ਉਹ ਚੀਜ਼ ਵੀ ਹੈਗੀ ਆ। ਹਰੇਕ ਵੱਖਰੇ ਤਰੀਕੇ ਨਾਲ, ਜਿੱਦਾਂ ਜਿਹੋ ਜਿਹਾ ਇਮਿਊਨ ਸਿਸਟਮ ਹੈਗਾ ਆ ਜਾਂ ਜਿੰਨੀ ਕੁ ਸਟਰੋਂਗ ਬਾਡੀ, ਉਹਦੇ ਹਿਸਾਬ ਨਾਲ ਅਟੈਕ ਹੁੰਦਾ ਇਸ ਚੀਜ਼ ਦਾ। ਜੀ, ਤੇ ਤੁਹਾਨੂੰ ਤੇ ਬਹੁਤ ਪ੍ਰੀਕਾਸ਼ਨਸ ਲੈਣੀਆਂ ਪੈਂਦੀਆਂ ਹੋਣਗੀਆਂ, ਕਿਉਂਕਿ ਤੁਸੀਂ ਇੰਨੇ ਰਿਸਕੀ, ਤੁਸੀਂ ਉਹਨਾਂ ਮਰੀਜ਼ਾਂ ਦੇ ਨਾਲ ਉੱਥੇ ਕੰਮ ਕਰਦੇ ਹੋ। ਸੋ ਕਿੰਨਾ ਕੁ ਤੁਸੀਂ ਫਿਕਰਮੰਦ ਹੋ ਜਦੋਂ ਘਰੋਂ ਜਾਂਦੇ ਹੋ, ਕਿਉਂਕਿ ਕਾਫੀ ਲੋਕ ਤਾਂ ਘਰਾਂ 'ਚ ਵੀ ਬੈਠ ਗਏ ਆ, ਪਰ ਤੁਸੀਂ ਹਾਲੇ ਵੀ ਕੰਮ ਕਰਦੇ ਹੋ। ਕਵਰ ਕਰਕੇ ਬੈਠੇ ਅਜੇ ਵੀ। ਮੈਂ ਵੀ ਡਰਦੀ ਨੇ ਛੁੱਟੀਆਂ ਲੈ ਲਈਆਂ ਸੀ ਜੀ। 1 ਮਹੀਨਾ ਮੈਂ ਕੰਮ ਕੀਤਾ, ਫਿਰ ਮੈਨੂੰ ਫੀਲ ਜਿਹਾ ਹੋਣ ਲੱਗ ਪਿਆ, ਕਿਉਂਕਿ ਮੈਂ 10 ਦਿਨ ਬਿਮਾਰ ਵੀ ਰਹੀ। ਮੈਂ ਫੇਸਬੁੱਕ ਤੇ ਵੀ ਪਾਇਆ ਸੀ, ਪਰ ਜਦੋਂ ਟੈਸਟ ਹੋਇਆ ਤੇ ਮੈਂ ਪੋਜ਼ਿਟਿਵ ਨਹੀਂ ਸੀ। ਉਦਾਂ ਹੀ ਜ਼ਿਆਦਾ ਕੰਮ ਕਰਨ ਵਾਲੇ ਜਾਂ ਡਰ, ਪਤਾ ਨਹੀਂ ਕਿਉਂ ਫੀਵਰ ਹੋ ਗਿਆ ਸੀ। ਤੇ ਫਿਰ ਮੈਨੂੰ ਓਵਰਵਰਕ ਕਰ ਲੈਂਦੇ ਆ, ਓਵਰਵਰਕ ਕੀਤਾ, ਫਿਰ ਮੈਂ ਉੱਥੇ ਡਿੱਗੀ ਵੀ ਆ। 12 ਘੰਟੇ ਕੀਤਾ ਕੰਮ, ਮੈਂ ਡਿੱਗੀ, ਮੇਰਾ ਦੰਦ ਵੀ ਟੁੱਟਾ। ਹਾਂਜੀ, ਉਹ ਵਾਇਰ ਸੀਗੀ ਨਾ ਆਕਸੀਜਨ ਦੀ, ਵਾਇਰ ਦਿਸਦੀ ਨਹੀਂ ਰਾਤ ਨੂੰ, ਉਹਦੇ ਵਿੱਚ ਮੇਰਾ ਪੈਰ ਫਸ ਗਿਆ, ਫਿਰ ਮੈਂ ਉਸ ਤੇ ਡਿੱਗ ਪਈ। ਠੀਕ ਹੋ ਤੁਸੀਂ ਜੀ ਹੁਣ? ਹਾਂਜੀ, ਹਾਂ ਠੀਕ ਹੈ। ਤੇ ਪਰ ਰੱਬ ਦਾ ਸ਼ੁਕਰ ਹੈ। ਜੀ ਬਿਲਕੁਲ। ਤੇ ਮਨਜੀਤ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਤੇ ਤੁਸੀਂ ਸਾਬਕਾ ਪ੍ਰਧਾਨ ਰਹਿ ਚੁੱਕੇ ਹੋ ਆਪਣੀ ਲਿਖਾਰੀ ਸਭਾ ਦੇ, ਔਰ ਕਿਵੇਂ ਦਾ ਰਿਹਾ ਤੁਹਾਡਾ ਐਕਸਪੀਰੀਅੰਸ? ਤੁਸੀਂ 2 ਸਾਲ ਪ੍ਰਧਾਨ ਰਹੇ ਹੋ, ਸੋ ਕਿਵੇਂ ਲੱਗਾ ਤੁਹਾਨੂੰ ਉਹ ਐਕਸਪੀਰੀਅੰਸ? ਉਹ ਐਕਸਪੀਰੀਅੰਸ ਵਧੀਆ ਸੀ, ਇੱਕ ਐਜ਼ ਅ ਲੇਡੀ, ਹਨਾ ਜੀ। ਇਹ ਵੀ ਫੀਲ ਹੋ ਜਾਂਦਾ ਕਿ ਤੁਸੀਂ, ਭਾਵੇਂ ਤੁਹਾਡੇ ਕੋਲ ਕੋਈ ਪਾਵਰ ਆ, ਕੁਛ ਲੋਕ ਉਹਨਾਂ ਨੂੰ ਅਸੈਪਟ ਕਰਨ ਦੇ ਵਿੱਚ ਮੁਸ਼ਕਲ ਸਮਝਦੇ ਆ। ਤੁਹਾਨੂੰ ਕੀ ਲੱਗਦਾ ਕਿ ਕੀਤਾ ਗਿਆ ਕਿ ਤੁਸੀਂ ਇੱਕ ਔਰਤ ਸੀ, ਇੱਕ ਸਭਾ ਦੇ, ਇੱਕ ਲਿਖਾਰੀ ਸਭਾ ਦੇ ਤੁਸੀਂ ਪ੍ਰਧਾਨ ਸੀ, ਕਿ ਦੂਜੇ ਜਿਹੜੇ ਮਰਦ ਪ੍ਰਧਾਨ ਸਮਾਜ ਜਦੋਂ ਅਸੀਂ ਕਹਿੰਦੇ ਆ, ਤੇ ਕਿਤੇ ਤੁਹਾਨੂੰ ਇੰਝ ਲੱਗਾ ਕਿ ਕਿਤੇ ਨਾ ਕਿਤੇ ਤੁਹਾਨੂੰ ਡੋਮੀਨੇਟ ਕੀਤਾ, ਜਾਂ ਕੁਛ ਏਦਾਂ ਦੀ ਕੁਛ ਤੁਹਾਨੂੰ ਲੱਗਾ? ਹਾਂਜੀ, ਬਹੁਤ ਹੋਇਆ, ਪਰ ਮੈਂ ਐਕਸਪਲੇਨ ਨਹੀਂ ਕਰਨਾ, ਕਿਉਂਕਿ ਮੈਂ ਉਹਨਾਂ ਦੇ ਨਾਲ ਲਿਖਾਰੀ ਸਭਾ ਦੇ ਨਾਲ ਆ ਜੀ, ਕਿਉਂਕਿ ਸਾਰੇ ਨਹੀਂ ਇਹੋ ਜਿਹੇ ਹੁੰਦੇ। ਹਾਂਜੀ, ਪਰ ਫਿਰ ਜਦੋਂ ਅਸੀਂ ਬਰਾਬਰਤਾ ਦਾ ਹੱਕ ਕਹਿੰਦੇ ਆ, ਤਾਂ ਫਿਰ ਕਿਤੇ ਨਾ ਕਿਤੇ ਲੱਗਦਾ ਵੀ ਹੱਲੇ ਔਰਤ ਨੂੰ ਬਰਾਬਰਤਾ ਦਾ ਹੱਕ ਮਿਲਿਆ ਨਹੀਂ ਮਿਲਿਆ। ਉਹ ਜਿਹੜਾ ਤੁਸੀਂ ਡਿਸੀਜ਼ਨ ਲੈਂਦੇ ਆ, ਉਹ ਕਈ ਵਿੱਚ ਆ ਕੇ ਕ੍ਰਿਟੀਸਾਈਜ਼ ਕਰਨ ਲੱਗ ਪੈਂਦੇ, ਉਹ ਜਿਹੜਾ ਤੁਸੀਂ ਪਲਾਨ ਬਣਾਏ ਹੁੰਦੀ ਉਹ ਰਹਿ ਜਾਂਦੀ ਹੈ। ਜੀ ਬਿਲਕੁਲ। ਤੇ ਜਦੋਂ ਲਿਖਤਾਂ ਦੀ ਅਸੀਂ ਗੱਲ ਕਰਦੇ ਹਾਂ ਮਨਜੀਤ ਜੀ, ਕਦੋਂ ਤੋਂ ਤੁਸੀਂ ਲਿਖਣਾ ਸ਼ੁਰੂ ਕੀਤਾ ਜੀ? ਕਿੰਨਾ ਸਮਾਂ ਹੋ ਗਿਆ ਤੁਹਾਨੂੰ ਲਿਖਦੇ ਆ? ਮੈਨੂੰ ਐਕਚੁਅਲੀ ਮੈਂ ਜਦੋਂ 1997 ਦੇ ਵਿੱਚ ਮੈਂ ਲੋਨਲੀ ਫੀਲ ਕਰਦੀ ਸੀਗੀ ਜੀ, ਤੇ ਉਸ ਵੇਲੇ ਮੈਂ ਸ਼ੁਰੂ ਕੀਤਾ, ਤੇ ਉਸ ਵੇਲੇ ਮੈਨੂੰ ਪਤਾ ਨਹੀਂ ਸੀ ਲੱਗਦਾ ਮੈਂ ਕੀ ਕਰਾਂ, ਕਿਉਂਕਿ ਮੈਂ ਡਿਪਰੈਸ਼ਨ 'ਚ ਸੀ। ਤੇ ਮੈਂ ਐਕਸਪਲੇਨ ਕਰਦੇ ਆ ਕਿ ਮੈਂ ਕਿਉਂ ਉਸ ਡਿਪਰੈਸ਼ਨ 'ਚ ਸੀ। ਮੇਰੇ ਹਸਬੈਂਡ ਨੂੰ ਸਟ੍ਰੋਕ ਹੋ ਗਈ ਸੀ ਉਦੋਂ, ਤੇ ਫਿਰ ਮੈਨੂੰ ਏਦਾਂ ਲੱਗਿਆ ਕਿ ਮੈਨੂੰ ਕੁਛ ਕਰਨਾ ਚਾਹੀਦਾ ਹੈ ਨਾ। ਫਿਰ ਮੈਂ ਆਪਣਾ ਸੰਗੀਤ ਰੇਡੀਓ ਸੀ ਉੱਥੇ ਯੂਨੀਅਨ ਸਿਟੀ, ਉਹ ਰੇਡੀਓ ਮੈਂ ਲਾਇਆ ਹੁੰਦਾ ਸੀ, ਤੇ ਫਿਰ ਮੈਂ ਉਹਨਾਂ ਨੂੰ ਕਾਲ ਕੀਤੀ, ਮੈਂ ਕਿਹਾ ਮੈਂ ਤੁਹਾਡੀ ਹੈਲਪ ਕਰ ਸਕਦੀ ਹਾਂ ਪ੍ਰੋਗਰਾਮ। ਫਿਰ ਮੈਂ ਉਹਨਾਂ ਨਾਲ ਸ਼ੁਰੂ ਕੀਤਾ ਸੀਗਾ, ਜਦੋਂ ਮੈਂ ਰੇਡੀਓ ਤੇ ਨਹੀਂ ਆਉਂਦੀ ਸੀ, ਪਰ ਮੈਂ ਲਿਖ ਕੇ ਉਹਨਾਂ ਨੂੰ ਭੇਜਦੀ ਸੀ ਕਿ ਸ਼ੇਰ ਹਮਾਰੇ ਗੀਤ ਤੁਮਾਰੇ ਸੈਟਿੰਗ ਕਰਕੇ, ਤੇ ਉਹ ਫਿਰ ਵੀਰਵਾਰ ਨੂੰ ਪੜ੍ਹਦੇ ਹੁੰਦੇ ਸੀ ਵੀਕ ਦੇ ਵਿੱਚ ਜੀ। ਤੇ ਕਿੰਨਾ ਟਾਈਮ ਕੀਤਾ ਤੁਸੀਂ ਉਹਨਾਂ ਦੇ ਨਾਲ ਕੰਮ? ਆਈ ਥਿੰਕ 1 ਸਾਲ। ਫਿਰ ਮੈਂ ਉਹਨਾਂ ਨੂੰ ਹੈਰਾਨੀ ਦੀ ਕਰਕੇ ਉਹਨਾਂ ਨੂੰ ਮੈਂ ਦੇਖਿਆ ਨਹੀਂ ਸੀ, ਜਿਹੜੇ ਵੀ ਰੇਡੀਓ ਵਾਲੇ ਹੋਸਟ ਸੀਗੇ, ਤੇ ਉਹਨੇ ਫਿਰ ਮੈਨੂੰ ਇਨਵਾਈਟ ਕੀਤਾ ਕ੍ਰਿਸਮਸ ਦੇ ਸਾਲ ਬਾਅਦ, ਫਿਰ ਮੈਨੂੰ ਮਾਈਕ੍ਰੋਵੇਵ ਦਿੱਤਾ। ਜੀ, ਕਿੰਨੀਆਂ ਪੁਰਾਣੀਆਂ ਯਾਦਾਂ ਆ, ਔਰ ਕਿੰਨੀਆਂ ਮਿੱਠੀਆਂ ਮਿੱਠੀਆਂ ਯਾਦਾਂ ਆ ਨਾ। ਫਿਰ ਮੈਨੂੰ ਲਿਖਣ ਦਾ ਵੀ ਜੋ ਵੀ ਮਨ ਚ ਆਇਆ, ਫਿਰ ਮੈਂ ਲਿਖੀ ਗਈ, ਫਿਰ ਇੱਥੇ ਤਾਂ ਹੁਣ ਲਿਖੀ ਜਾਂਦੇ ਆ। ਤੇ ਕਿੰਨੀਆਂ ਕੁ ਕਿਤਾਬਾਂ ਛਪ ਕੇ ਤੁਹਾਡੀਆਂ ਆ ਚੁੱਕੀਆਂ ਨੇ ਜੀ? 5, 6ਵੀਂ ਆਉਣ ਵਾਲੀ। ਇੱਕ ਤੁਸੀਂ ਜਿਹੜੀ ਸਵੈ ਜੀਵਨੀ ਲਿਖੀ ਆ, ਬਾ ਕਮਾਲ ਲਿਖੀ ਆ, ਬੜਾ ਬੇਬਾਕ ਹੋ ਕੇ ਤੁਸੀਂ ਲਿਖਿਆ ਆ, ਆਪਣੀ ਜ਼ਿੰਦਗੀ ਦਾ ਸੱਚ ਲਿਖਿਆ ਆ। ਉਹ ਲਿਖਣ ਲੱਗਿਆ ਤੁਸੀਂ ਕਦੇ ਸੋਚਿਆ ਨਹੀਂ ਸੀ ਕਿ ਤੁਸੀਂ ਇੱਕ ਪਬਲਿਕਲੀ ਇੱਕ ਸਵੈ ਜੀਵਨੀ ਲਿਖ ਰਹੇ ਹੋ, ਲੋਕੀ ਕਿਵੇਂ ਰਿਐਕਟ ਕਰਨਗੇ? ਐਕਚੁਅਲੀ ਲੋਕਾਂ ਨੂੰ ਮੈਂ ਇਹ ਨਹੀਂ ਕਹਿੰਦੀ ਮੈਨੂੰ ਸ਼ਾਬਾਸ਼ ਦੇਣ, ਹਨਾ, ਜਾਂ ਕੁਛ ਕਰਨ। ਮੈਂ ਤਾਂ ਆਪਣੀ, ਮੇਰੀ ਫੈਮਿਲੀ ਵਾਸਤੇ ਮੇਰੀ ਇੱਕ ਮੈਮਰੀ ਤਿਆਰ ਕੀਤੀ ਆ, ਕਿ ਕੱਲ ਨੂੰ ਮੇਰੇ ਬੱਚੇ ਜਿਹੜੇ ਆ, ਉਹ ਮੇਰੀ ਜੋ ਵੀ ਮੇਰੇ ਗੱਲਾਂ ਨਹੀਂ ਉਹਨਾਂ ਨੂੰ ਮੈਂ ਸਿੱਧੀਆਂ ਕੀਤੀਆਂ, ਉਹ ਪੜ੍ਹ ਸਕਦੇ ਆ। ਦੂਜੀ ਗੱਲ, ਮੈਂ ਅੰਦਰ ਜਿਹੜੀਆਂ ਚੀਜ਼ਾਂ ਬੈਠੀਆਂ ਸੀ ਮੇਰੇ,
ਮੈਂ ਕਿਹਦੇ ਨਾਲ ਗੱਲ ਕਰਾਂ, ਉਹ ਸਾਰੀਆਂ ਮੈਂ ਉਤਾਰ ਦਿੱਤੀਆਂ। ਜੀ ਬਹੁਤ ਖੂਬ। ਔਰ ਤੁਸੀਂ ਗੀਤ ਬੜੇ ਪਿਆਰੇ ਲਿਖਦੇ ਹੋ ਔਰ ਤੁਸੀਂ ਗੀਤ ਗਾਉਂਦੇ ਵੀ ਬੜੇ ਪਿਆਰੇ ਹੋ, ਬਹੁਤ ਵਾਰੀ ਤੁਹਾਨੂੰ ਸੁਣਿਆ ਆ। ਔਰ ਇਹ ਗੀਤ ਲਿਖਣ ਦਾ ਵੀ ਸ਼ੌਂਕ, ਤੁਹਾਡੇ ਗੀਤ ਕੋਈ ਕਿਸੇ ਨੇ ਰਿਕਾਰਡ ਵੀ ਕਰਾਏ ਆ ਕਿ ਜਾਂ ਤੁਸੀਂ ਆਪ ਹੀ ਸ਼ੌਂਕ ਲਈ ਲਿਖਦੇ ਹੋ ਤੇ ਆਪ ਹੀ ਗਾਉਂਦੇ ਹੋ? ਨਹੀਂ ਮੈਂ ਰਿਕਾਰਡ ਨਹੀਂ, ਮੈਂ ਇੱਥੇ ਟਾਈਮ ਰਾਤ ਨੂੰ ਅਸੀਂ ਕੰਮ ਕਰਦੇ, ਦਿਨ ਨੂੰ ਅੱਧਾ ਦਿਨ ਸੌਂਦੇ ਆ, ਅਸੀਂ ਕਿਸੇ ਨਾਲ ਬਹੁਤਾ ਨਹੀਂ ਕਨੈਕਸ਼ਨ ਹੁੰਦਾ। ਤੇ ਮੈਂ ਗੀਤ ਜਿਹੜੇ ਨਾ, ਐਕਚੁਅਲੀ ਮੇਰੇ ਕੋਲ ਮਿਊਜ਼ਿਕ ਸਬਜੈਕਟ ਸੀ, ਮਾਲਪੁਰ ਸਕੂਲ, ਕੁੜੀਆਂ ਦਾ ਸਕੂਲ ਸੀ ਜੀ। ਤੇ ਅਸੀਂ ਗਾਉਂਦੇ ਰਹੀਦਾ ਸੀਗਾ, ਸਿਤਾਰ ਮੈਂ ਵਜਾਈ ਆ ਥੋੜਾ ਚਿਰ, ਤੇ ਉਹ ਫਿਰ ਕੋਈ ਫੰਕਸ਼ਨ ਆਉਂਦਾ ਰਹਿੰਦਾ। ਫਿਰ ਮਿਊਜ਼ਿਕ ਟੀਚਰ ਜਦੋਂ ਬਣਾਉਂਦੇ ਆ, ਜਿੱਦਾਂ ਕਿਸੇ ਨੇ ਗੈਸਟ ਨੇ ਆਉਣਾ, ਉਹਦੇ ਹਿਸਾਬ ਨਾਲ ਗੀਤ ਬਣਾਉਣਾ। ਫਿਰ ਉਹਦੇ ਵਿੱਚ ਸਾਡੀ ਵੀ ਸੀਨੀਅਰ ਜਿਹੜੇ ਸਟੂਡੈਂਟਸ ਸੀ ਉਹਨਾਂ ਦੀ ਵੀ ਲੈ ਲੈਂਦੇ ਸੀ ਰਾਏ, ਤੇ ਉੱਥੋਂ ਆਦਤ ਜਿਹੀ ਪੈ ਗਈ ਉੱਥੋਂ। ਤੇ ਕਿਉਂ ਨਹੀਂ ਤੁਸੀਂ ਸਾਡੇ ਨਾਲ ਸਾਂਝਾ ਕਰਦੇ, ਤੇ ਕੀ ਪਤਾ ਸ਼ਾਇਦ ਕਿਸੇ ਨੂੰ ਪਸੰਦ ਆਵੇ ਤੇ ਕੋਈ ਆਪਣੀ ਆਵਾਜ਼ ਹੀ ਦੇ ਦੇਵੇ ਇਸ ਗੀਤ ਨੂੰ। ਚਲੋ ਲੱਕੀ ਹੋਵਾਂਗੇ। ਬਿਲਕੁਲ ਜੀ। ਔਰ ਤੁਸੀਂ ਕਿਹੜਾ ਸੁਣਾਓਗੇ? ਤੁਹਾਡੇ ਗੀਤ ਤਾਂ ਜੇ ਮੈਂ ਕਹਾਂ ਇੱਕ ਤੋਂ ਇੱਕ ਵੱਧ ਕੇ ਵਧੀਆ ਆ, ਪਰ ਤੁਸੀਂ ਕਿਹੜਾ ਅੱਜ ਸਾਡੇ ਨਾਲ ਸਾਂਝਾ ਕਰੋਗੇ? ਤੁਸੀਂ ਦੱਸੋ, ਮੈਂ ਆਪ ਨਹੀਂ ਕਹਿ ਸਕਦੀ। ਮੈਨੂੰ ਤੁਹਾਡਾ ਗੀਤ ਸੰਦੂਕ ਬਹੁਤ ਪਿਆਰਾ ਲੱਗਦਾ ਆ, ਤੇ ਜਦੋਂ ਮੈਂ ਸੁਣਦੀ ਆ ਤੇ ਕਿਤੇ ਨਾ ਕਿਤੇ ਮੈਨੂੰ ਆਪਣੀ ਦਾਦੀ ਦਾ ਸੰਦੂਕ ਜਿਹੜਾ ਦਲਾਨ ਦੇ ਵਿੱਚ ਪਿਆ ਦੀਦਾ ਆ, ਉਹਦੀ ਯਾਦ ਆ ਜਾਂਦੀ ਆ, ਤੇ ਮੈਂ ਉਸ ਸਮੇਂ ਦੇ ਵਿੱਚ ਪਹੁੰਚ ਜਾਂਦੀ ਆ। ਔਰ ਅਕਸਰ ਤੁਸੀਂ ਅੱਧੇ ਤੋਂ ਜ਼ਿਆਦਾ ਕਿਸੇ ਵੀ ਫੰਕਸ਼ਨ 'ਚ ਤੁਸੀਂ ਉਹਨੂੰ ਗਾਉਂਦੇ ਹੋ, ਅੱਧੇ ਤੋਂ ਜ਼ਿਆਦਾ ਜਿਹੜੀਆਂ ਉੱਥੇ ਲੇਡੀਜ਼ ਬੈਠੀਆਂ ਹੁੰਦੀਆਂ ਉਹਨਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ। ਮੈਮਰੀ ਆ, ਮੈਂ ਵੀ ਉਹ ਜਦੋਂ ਲਿਖਿਆ ਸੀ ਨਾ, ਉਹ ਸੀਨ ਜਿਹੜਾ ਕ੍ਰੀਏਟ ਦਿਮਾਗ 'ਚ ਕਰਕੇ ਤਾਂ ਲਿਖਿਆ ਸੀ ਜੀ। ਸੋ ਸਾਨੂੰ ਉਹ ਸੁਣਾਓ ਜੀ, ਦੋ ਕੁ ਪੈਰੇ ਜ਼ਰੂਰ ਸੁਣਾਓ ਉਹਦੇ। ਹਾਂਜੀ, ਇਹ ਮਾਂ ਪੁੱਤਰ ਨੂੰ ਕਹਿੰਦੀ ਆ, ਕਿਉਂਕਿ ਸੁੱਟੀ ਨਾ ਸੰਦੂਕ ਪੁੱਤਰਾ, ਸੁੱਟੀ ਨਾ ਸੰਦੂਕ ਪੁੱਤਰਾ, ਇਹਦੇ ਵਿੱਚ ਮੇਰਾ ਯਾਦਾਂ ਦਾ ਖਜ਼ਾਨਾ, ਸੰਦੂਕ ਮੇਰਾ ਮੇਰੇ ਹਾਣ ਦਾ, ਤੈਨੂੰ ਮਹਿਲਾਂ ਵਿੱਚ ਲੱਗਦਾ ਪੁਰਾਣਾ, ਵੇ ਸੁੱਟੀ ਨਾ ਸੰਦੂਕ ਪੁੱਤਰਾ, ਵੇ ਕਰਦੀ ਜੇ ਅੜੀਆਂ ਬਹੂ, ਵੇ ਕਰਦੀ ਜੇ ਅੜੀਆਂ ਬਹੂ, ਉਹਨੂੰ ਟਾਲ ਕੋਈ ਕਰਕੇ ਬਹਾਨਾ, ਵੇ ਸੁੱਟੀ ਨਾ ਸੰਦੂਕ ਪੁੱਤਰਾ, ਇਹਦੇ ਵਿੱਚ ਮੇਰਾ ਯਾਦਾਂ ਦਾ ਖਜ਼ਾਨਾ, ਵੇ ਸੁੱਟੀ ਨਾ ਸੰਦੂਕ ਪੁੱਤਰਾ। ਕਿਆ ਬਾਤ ਹੈ। ਹੋਰ ਕੀ ਮਨਜੀਤ ਜੀ, ਕਿੰਨੇ ਕੁ ਟਾਈਮ ਬਾਅਦ ਤੁਸੀਂ ਪੰਜਾਬ ਗੇੜਾ ਲਾਉਂਦੇ ਹੋ ਜੀ? ਮੈਂ ਹਰੇਕ ਸਾਲ ਜਾਣਾ ਨਹੀਂ, ਐਤਕੀ ਮੈਂ ਮਈ 'ਚ ਜਾਣਾ ਸੀ, ਤਾਂ ਹੀ ਮੈਂ ਛੁੱਟੀਆਂ ਅਪਲਾਈ ਕੀਤੀਆਂ ਸੀ। ਅੱਛਾ ਜੀ। ਮੈਨੂੰ ਪਤਾ ਲੱਗਾ ਤੁਸੀਂ ਕੈਨੇਡਾ ਵੀ ਆਉਣਾ ਸੀ ਮਈ ਦੇ ਵਿੱਚ, ਸੋ ਤੁਹਾਡੀਆਂ ਛੁੱਟੀਆਂ ਧਰੀਆਂ ਧਰਾਈਆਂ ਹੀ ਰਹਿ ਗਈਆਂ। ਇਸ ਕਰਕੇ ਤੁਹਾਨੂੰ ਸਾਰੀਆਂ ਕੁੜੀਆਂ ਨੂੰ ਮਿਸ ਕਰਦੀ ਹਾਂ। ਤੇ ਮਨਜੀਤ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਤੇ ਤੁਸੀਂ ਪੰਜਾਬ ਜਾਂਦੇ ਰਹਿੰਦੇ ਹੋ ਔਰ ਤੁਸੀਂ ਆਪ ਵੀ ਲਿਖਦੇ ਹੋ, ਪਰ ਤੁਸੀਂ ਕਿਹਨੂੰ ਪੜ੍ਹਨਾ ਪਸੰਦ ਕਰਦੇ ਹੋ? ਤੁਸੀਂ ਕਿਹੋ ਜਿਹਾ ਮਿਊਜ਼ਿਕ ਪਸੰਦ ਕਰਦੇ ਹੋ? ਮਿਊਜ਼ਿਕ ਮੇਰਾ ਇਸ ਵੇਲੇ ਮੇਰਾ ਸਰਤਾਜ ਦੀ ਫੈਨ ਆ। ਅੱਛਾ ਜੀ। ਉਹ ਨਾ ਮੈਡੀਟੇਸ਼ਨ ਜੀ ਮਿਲਦੀ ਹੈ, ਜਿਹੜੇ ਉਹਨਾਂ ਦੇ ਰਾਈਟਿੰਗ ਵੀ ਗੁੱਡ ਆ, ਤੇ ਜਿਹੜਾ ਗਾਉਣ ਦਾ ਢੰਗ ਆ ਉਹ ਵੀ ਮੈਨੂੰ ਵਧੀਆ ਲੱਗਦਾ ਜੀ। ਤੇ ਜਦੋਂ ਤੁਸੀਂ ਗੀਤ ਲਿਖਦੇ ਆ, ਜਿਵੇਂ ਤੁਸੀਂ ਸੰਦੂਕ ਦੀ ਗੱਲ ਕੀਤੀ ਸੀ, ਤੇ ਆਬਵੀਅਸਲੀ ਮੈਨੂੰ ਲੱਗਦਾ ਕਿ ਤੁਸੀਂ ਜਦੋਂ ਪੰਜਾਬ ਗਏ ਹੋਵੋਗੇ, ਤੁਸੀਂ ਆਪਣਾ ਘਰ ਜਾਂ ਆਪਣੇ ਨਾਨਕਿਆਂ ਦਾ ਘਰ ਜਾਂ ਤੁਸੀਂ ਕੋਈ ਪੁਰਾਣੀ ਇਹੋ ਜਿਹੀ ਆਪਣੀ ਯਾਦ ਸਾਂਝੀ ਕੀਤੀ ਹੈ ਜਿਹੜੇ ਇਹ ਬੋਲ ਲਿਖੇ ਆ। ਪਰ ਜਦੋਂ ਅਸੀਂ ਗੱਲ ਕਰਦੇ ਆ ਸੰਦੂਕ ਤੋਂ ਬਾਹਰ ਆਉਂਦੇ ਆ, ਤੁਸੀਂ ਤੇ ਹੁਣ ਇੱਕ ਨਵਾਂ ਗੀਤ ਲਿਖ ਦਿੱਤਾ, ਚੱਕੀ ਵੀ ਲਿਖਿਆ। ਹਾਂਜੀ। ਸੋ ਜਦੋਂ ਇਹੋ ਜਿਹੇ ਸੱਭਿਆਚਾਰਕ ਗੀਤ ਲਿਖਦੇ ਆ, ਤੇ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਇਹ ਕਿਸੇ ਵਧੀਆ ਆਰਟਿਸਟ, ਵਧੀਆ ਸਿੰਗਰ ਦੇ ਹੱਥਾਂ 'ਚ ਜਾਣੇ ਚਾਹੀਦੇ ਆ, ਜਿਹੜੇ ਆਪਣੀ ਆਵਾਜ਼ ਦੇ ਨਾਲ ਹਰ ਇੱਕ ਤੱਕ ਪਹੁੰਚਦੇ ਕਰ ਸਕਣ ਇਹਨਾਂ ਨੂੰ? ਹਾਂਜੀ, ਮੈਨੂੰ ਤਾਂ ਕੋਈ ਫਰਕ ਨਹੀਂ ਹੈਗਾ, ਕੋਈ ਵੀ ਪਛਾ ਦੇਵੇ। ਤੋ ਜੇ ਕੋਈ ਗਾਉਣਾ ਚਾਹਵੇ ਤੇ ਗਾ ਵੀ ਸਕਦੇ ਆ। ਮੇਰੀ ਖੁਸ਼ਕਿਸਮਤੀ ਹੈ ਜੇ ਏਦਾਂ ਜੀ। ਤੇ ਤੁਸੀਂ ਸਾਨੂੰ ਇੱਕ ਗੀਤ ਹੋਰ ਸੁਣਾਓ ਜਿਹੜਾ ਤੁਸੀਂ ਜ਼ਿਆਦਾ ਗਾਉਂਦੇ ਆ, ਜਿਹੜਾ ਤੁਸੀਂ ਜ਼ਿਆਦਾ ਗੁਣਗੁਣਾਉਂਦੇ ਆ। ਮੇਰਾ ਤਾਂ ਇਹ ਸੀ ਸੰਦੂਕ। ਫਿਰ ਦੂਜਾ ਮੈਂ ਤੁਸੀਂ ਚੱਕੀ ਦੀ ਗੱਲ ਕੀਤੀ ਹੈ, ਮੈਂ ਨਵਾਂ ਐਸੇ ਹੀ ਸਾਲ ਲਿਖਿਆ ਹੈ। ਹਾਂਜੀ,
ਉਹ ਸੁਣਾਓ ਜੀ ਸਾਨੂੰ। ਪੀਸਾਂ ਚੱਕੀ ਸਜੇ ਹੱਥ ਹੱਥੀ, ਖੱਬੇ ਹੱਥ ਦਾਣੇ, ਵੇ ਰੋਣ ਨਿਆਣੇ, ਅੜਿਓ ਮੈਥੋਂ ਪੀਸਿਆ ਨਾ ਜਾਵੇ। ਦੇਵੋ ਨੀ ਸੁਨੇਹਾ ਕੋਈ ਮੇਰੇ ਦਿਓਰ ਨੂੰ ਆ ਕੇ ਬਾਲ ਬਰਾਵੇ। ਇੱਕੋ ਪੈਰਾ ਠੀਕ ਹੈ। ਕਿਆ ਬਾਤ ਹੈ ਜੀ, ਬਿਲਕੁਲ। ਮੈਨੂੰ ਲੱਗਦਾ ਕਿਤੇ ਕਿਤੇ ਜਿਹੜੇ ਤੁਹਾਡੇ ਗੀਤ ਆ ਨਾ, ਤੁਸੀਂ ਪੰਜਾਬ ਨਾਲ ਬਹੁਤ ਜੁੜੇ ਹੋਏ ਹੋ। ਮੇਰੀ ਐਕਚੁਅਲੀ ਰੂਹ ਉੱਥੇ ਰਹਿੰਦੀ ਹੈ ਜ਼ਿਆਦਾ। ਸੋ ਜਿਹੜਾ ਤੁਸੀਂ ਗੱਲ ਕੀਤੀ ਸੰਦੂਕ ਦੀ, ਤੁਸੀਂ ਵਾਪਸ ਉਹਨਾਂ ਹੀ ਗੱਲਾਂ ਦੇ ਵਿੱਚ ਲੈ ਗਏ ਕਿ ਕਿਵੇਂ ਅਸੀਂ, ਬੇਸ਼ੱਕ ਅਸੀਂ ਇਹਨਾਂ ਮੁਲਕਾਂ 'ਚ ਆ ਗਏ ਆ ਮਨਜੀਤ ਜੀ, ਪਰ ਕਿਤੇ ਨਾ ਕਿਤੇ ਸਾਡੀ ਰੂਹ ਅੱਜ ਵੀ ਉਹਨਾਂ ਪਿੰਡਾਂ 'ਚ ਹੀ ਭਟਕਦੀ ਰਹਿੰਦੀ ਹੈ ਜਿੱਥੇ ਸਾਡਾ ਬਚਪਨ ਬੀਤਿਆ ਹੈ। ਉਹ ਮੈਮਰੀਜ਼ ਜਿਹੜੀ ਪਿਕਚਰ ਦਿਸਦੀਆਂ, ਉਹ ਜਿੱਦਾਂ ਮੈਨੂੰ ਤਾਂ ਦਿਸਦੀਆਂ ਆਪਣੇ ਘਰ ਦੀਆਂ, ਜਿੱਥੇ ਮੈਂ ਰਹੀ ਆ, ਜਾਂ ਗੁਆਂਢ ਕਿੰਨਾ ਵਧੀਆ ਹੁੰਦਾ ਸੀ। ਹੁਣ ਜਾਇਦਾ ਲੋਕ ਦਰਵਾਜ਼ੇ ਨਹੀਂ ਖੋਲਦੇ। ਜੀ ਬਿਲਕੁਲ ਜੀ, ਪਹਿਲਾਂ ਵਾਲਾ ਬਿਲਕੁਲ ਮਾਹੌਲ ਨਹੀਂਗਾ। ਤੇ ਤੁਸੀਂ ਆਪਣੇ ਫ੍ਰੀ ਟਾਈਮ 'ਚ ਕੀ ਕਰਨਾ ਜ਼ਿਆਦਾ ਪਸੰਦ ਕਰਦੇ ਹੋ? ਵੈਸੇ ਤੇ ਤੁਹਾਡੇ ਕੋਲ ਫ੍ਰੀ ਟਾਈਮ ਬਹੁਤ ਘੱਟ ਹੁੰਦਾ ਕਿਉਂਕਿ ਹੁਣ ਤੇ ਤੁਸੀਂ ਬਹੁਤ ਹੀ ਬਿਜ਼ੀ ਆ, ਪਰ ਵੈਸੇ ਜਦੋਂ ਤੁਹਾਨੂੰ ਡੇ ਆਫ ਹੁੰਦੇ ਆ ਤੁਹਾਡੇ ਕੰਮ ਤੋਂ, ਤੇ ਕਿਹੜੇ ਕੰਮ ਆ ਜਿਹੜੇ ਤੁਸੀਂ ਕਰਨਾ ਪਸੰਦ ਕਰਦੇ ਹੋ? ਫ੍ਰੀ ਟਾਈਮ 'ਚ ਮੈਂ ਕੈਨੇਡਾ ਆ ਜਾਂਦੀ ਹਾਂ, ਤੁਹਾਨੂੰ ਪਤਾ ਹੀ ਹੈ। ਕੈਨੇਡਾ ਆਉਣਾ ਪਸੰਦ ਕਰਦੇ ਆ। ਚਲੋ ਅਸੀਂ ਉਮੀਦ ਕਰਦੇ ਹਾਂ ਛੇਤੀ ਛੇਤੀ ਬਾਰਡਰ ਖੁੱਲਣ ਤੇ ਤੁਸੀਂ ਸਾਡੇ ਵੱਲ ਨੂੰ ਗੇੜਾ ਮਾਰੋ। ਇੱਕ ਤਾਂ ਮੇਰੇ ਨਾਨਕੇ ਆ ਕੈਨੇਡਾ ਜੀ, ਦੂਜਾ ਪੰਜਾਬ ਭਵਨ ਦੇ ਵਿੱਚ ਕੋਈ ਨਾ ਕੋਈ ਪ੍ਰੋਗਰਾਮ ਹੁੰਦਾ ਰਹਿੰਦਾ, ਉੱਥੇ ਵੀ ਚੱਲ ਜਾਈਦਾ ਜੀ। ਉਹਨਾਂ ਦੀ ਟੀਮ ਦਾ ਵੀ ਸ਼ੁਕਰੀਆ ਕਿ ਉਹਨਾਂ ਕਰਕੇ ਅਸੀਂ ਤੁਹਾਨੂੰ ਸਾਰਿਆਂ ਨੂੰ ਮਿਲੇ, ਉੱਥੇ ਮਿਲੇ। ਬਿਲਕੁਲ ਜੀ, ਕਿਤੇ ਨਾ ਕਿਤੇ ਉਹ ਸਾਂਝ ਜਿਹੜੀ ਸਾਡੀ ਸ਼ੁਰੂ ਹੁੰਦੀ ਆ, ਸੋ ਬੜਾ ਵਧੀਆ ਆ ਕਿ ਵਧੀ ਜਾਂਦੀ ਆ, ਤੇ ਇਹੀ ਜ਼ਿੰਦਗੀ ਹੈਗੀ। ਮੈਨੂੰ ਤਾਂ ਵਧੀਆ ਲੱਗਦਾ। ਬਿਲਕੁਲ ਜੀ, ਬਾਰਡਰੋਂ ਪਾਰ ਵਾਲੇ ਰਾਈਟਰ ਜਿਹੜੇ ਆ ਸਾਡੇ ਰੂਬਰੂ ਹੁੰਦੇ ਰਹਿੰਦੇ ਆ, ਸਾਡੇ ਕੋਲ ਆਉਂਦੇ ਰਹਿੰਦੇ, ਸਾਡੇ ਸ਼ਹਿਰ ਆਉਂਦੇ ਰਹਿੰਦੇ ਆ। ਸੋ ਮਨਜੀਤ ਜੀ, ਜਦੋਂ ਅਸੀਂ ਗੱਲ ਕਰਦੇ ਆ ਕਵਿਤਾਵਾਂ ਦੀ, ਕਿਹੋ ਜਿਹਾ ਲਿਖਣਾ ਤੁਸੀਂ ਪਸੰਦ ਕਰਦੇ ਆ? ਕਿਹੋ ਜਿਹੀਆਂ ਕਵਿਤਾਵਾਂ ਲਿਖਦੇ ਹੋ? ਮਿਥ ਕੇ ਤਾਂ ਨਹੀਂ ਕੋਈ ਲਿਖੀ ਜਾਂਦੀ, ਜਿਸ ਲਈ ਦਿਮਾਗ ਦੇ ਵਿੱਚ ਕੋਈ ਗੁੱਸਾ ਆ ਜਾਂਦਾ ਜਾਂ ਕੋਈ ਪਿਆਰ ਆ ਜਾਂਦਾ, ਹਨਾ? ਫਿਰ ਇਹ ਡਿਪੈਂਡ ਆ, ਜਿਵੇਂ ਤੁਸੀਂ ਕੁਝ ਦੇਖਦੇ ਹੋ, ਕੁਝ ਤੁਸੀਂ ਉਹ ਫਿਰ ਆਈਡੀਆ ਜਾਂ ਇੱਕ ਲਾਈਨ ਆ ਜਾਂਦੀ ਆ, ਉਹਦੇ ਮਗਰ ਫਿਰ ਬਾਕੀ ਦੀਆਂ ਜੁੜਦੀਆਂ ਜਾਂਦੀਆਂ ਜੀ। ਪਰ ਉਹ ਜਿਸੇ ਥਾਟ ਆਉਂਦਾ ਨਾ, ਕਿਹੜੀ ਗੱਲ ਬਣਦੀ। ਹਾਂਜੀ। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਤੁਸੀਂ ਬਹੁਤ ਸਾਰੇ, ਮੈਂ ਤੁਹਾਨੂੰ ਜਿਹੜੇ ਸੱਭਿਆਚਾਰਕ ਸ਼ੋਜ਼ ਹੁੰਦੇ ਆ, ਤੀਆਂ ਦੇ ਮੇਲੇ ਹੁੰਦੇ ਆ, ਉੱਥੇ ਮੈਂ ਅਕਸਰ ਤੁਹਾਨੂੰ ਦੇਖਦੀ ਆ। ਤੁਹਾਨੂੰ ਜੁਐਲਰੀ ਬਣਾਉਣ ਦਾ ਵੀ ਸ਼ੌਂਕ ਆ, ਤੇ ਤੁਸੀਂ ਕੱਪੜੇ ਵੀ ਇੱਕ ਆਪਣਾ ਹੀ ਤੁਹਾਡਾ ਸਟਾਈਲ ਹੁੰਦਾ, ਵੱਖਰਾ ਹੁੰਦਾ ਸਾਰਿਆਂ ਨਾਲੋਂ। ਸੋ ਇਹ ਸਾਰਾ ਕੁਝ ਕਿਵੇਂ ਮੈਨੇਜ ਕਰਦੇ ਹੋ? ਇੰਨੀਆਂ ਸਾਰੀਆਂ ਤੁਸੀਂ ਜ਼ਿੰਮੇਵਾਰੀਆਂ ਕਿਵੇਂ ਚੁੱਕਦੇ ਹੋ? ਇਹ ਨਹੀਂ ਪਤਾ, ਇਹ ਰੱਬ ਨੂੰ ਪਤਾ ਹੋਗਾ। ਮੇਰਾ ਏਦਾਂ ਹੈ, ਮੇਰਾ ਕਨੈਕਸ਼ਨ ਜਿਹੜੇ ਨਾ ਲੋਕਲ ਕਨੈਕਸ਼ਨ ਹੈ, ਜਿੱਦਾਂ ਫੋਨ ਚੱਕਣਾ, ਉਹ ਫਲਾਨੀ ਕਿੱਦਾਂ, ਉਹ ਕਿੱਦਾਂ, ਉਹ ਕਿੱਦਾਂ, ਉਹ ਆ ਗਿਆ, ਉਹ ਚਲੇ ਗਿਆ, ਉਹ ਏਦਾਂ, ਉਹ ਮੇਰੇ ਕੋਲ ਹੈ ਨਹੀਂ। ਮੇਰੇ ਕੋਲ ਘਰ ਦਾ ਫੋਨ ਵੀ ਹੈ ਨਹੀਂ। ਅੱਛਾ ਜੀ। ਹਾਂਜੀ, ਮੇਰੇ ਕੋਲ ਸਹੇਲੀਆਂ ਵੀ ਰੁੱਸ ਜਾਂਦੀਆਂ ਕਿ ਤੂੰ ਕਹਿ ਦਿੰਦੀ ਆਉਂਗੀ ਤੇ ਤੂੰ ਆਈ ਨਹੀਂ। ਜੀ, ਔਰ ਮੈਨੂੰ ਵੀ ਅੱਜ ਜਦੋਂ ਮੈਂ ਆਪਣਾ ਫੋਨ ਖੋਲਿਆ ਤੇ ਮੇਰੇ ਕੋਲ ਤੁਹਾਡਾ ਨੰਬਰ ਹੀ ਨਹੀਂ ਸੀ। ਤੇ ਮੈਂ ਬੜੀ ਹੈਰਾਨ ਹੋਈ, ਮੈਂ ਕਿ ਕਿੰਨੇ ਚਿਰ ਤੋਂ ਅਸੀਂ ਇੱਕ ਦੂਜੇ ਨੂੰ ਜਾਣਦੇ ਆ, ਅਸੀਂ ਸਾਹਿਤ ਸਭਾ ਕਿਤੇ ਹੁੰਦੀ ਆ, ਬੁੱਕ ਰਿਲੀਜ਼ ਹੁੰਦੀ, ਅਸੀਂ ਮਿਲਦੇ ਆ, ਪਰ ਕਦੀ ਇੱਕ ਦੂਜੇ ਦਾ ਫੋਨ ਹੀ ਨਹੀਂ ਲਿਆ। ਏਦੀ ਬਸ ਸੋਸ਼ਲ ਮੀਡੀਆ ਦੇ ਰਾਹੀਂ ਸਾਡੀ ਗੱਲਬਾਤ ਹੋ ਜਾਂਦੀ ਹੈ, ਤੇ ਉੱਥੇ ਹੀ ਅਸੀਂ ਜੁੜੇ ਰਹਿੰਦੇ ਆ, ਉੱਥੇ ਹੀ ਗੱਲ ਕਰ ਲਈਦੀ ਆ, ਉੱਥੇ ਹੀ ਰਾਜੀ ਖੁਸ਼ੀ ਪਤਾ ਲੱਗ ਜਾਂਦੀ ਹੈ। ਬਿਲਕੁਲ ਜੀ। ਤੇ ਮਨਜੀਤ ਜੀ, ਜਦੋਂ ਅਸੀਂ ਗੱਲ ਕਰਦੇ ਆ ਚਰਖੇ ਦੀ, ਤੁਸੀਂ ਸਾਰਾ ਸੱਭਿਆਚਾਰ ਇਕੱਠਾ ਕੀਤਾ ਹੈ, ਸੰਦੂਕ ਨੂੰ ਤੁਸੀਂ ਬਹੁਤ ਬਾਖੂਬ ਗਾਇਆ, ਔਰ ਬਹੁਤ ਹੀ ਭਾਵੁਕ ਗੀਤ ਆ ਉਹ, ਜੇ ਮੈਂ ਗੱਲ ਕਰਾਂ ਤੇ ਵਾਕਿਆ ਜੇ ਕੋਈ ਅੱਛੀ ਸਿੰਗਰ ਉਸ ਨੂੰ ਆਪਣੀ ਆਵਾਜ਼ ਦਵੇ ਤੇ ਬਾਕਮਾਲ ਗੀਤ ਇਹੋ ਜਿਹੜਾ ਬਣੂਗਾ। ਵੀਡੀਓ ਵੀ ਇਹਦੀ ਬਾਕਮਾਲ। ਸੌਰੀ, ਮੈਂ ਤੁਹਾਡੀ ਗੱਲ ਕੱਟ ਦਿੱਤੀ। ਸੰਦੂਕ ਤੇ ਬਹੁਤ ਘੱਟ ਆਇਆ, ਚਰਖੇ ਤੇ ਬਹੁਤ ਆਇਆ ਜੀ। ਤੇ ਚਰਖਾ ਸਾਨੂੰ 2 ਪੈਰੇ ਜ਼ਰੂਰ ਸੁਣਾਓ ਜੀ ਚਰਖੇ ਦੇ। ਚਰਖੇ ਦੇ ਜੀ, ਟੱਕੜਿਆਂ ਵਾਲੀ ਗਾਉਂਦੀ ਹੈਗੀ ਮੇਰੇ, ਮੈਂ ਇਹ ਇਮੇਜਿਨੇਸ਼ਨ ਦਿਮਾਗ ਦੇ ਵਿੱਚ, ਉਹ ਜਿੱਦਾਂ ਮੈਂ ਤੁਹਾਨੂੰ ਦੱਸਿਆ ਨਾ ਕਿ ਮੈਂ ਇੰਡੀਆ ਗਈ ਸੀ ਤੇ ਮੈਂ
ਸੋਚਿਆ ਤੱਕਲੇ ਉਹ ਜਿਹੜੀਆਂ ਹੁੰਦੀਆਂ ਸੀ ਨਾ ਤੱਕਲੇ ਵਿੱਚ ਗੱਡੀਆਂ ਵਾਲੀਆਂ ਜਿਹੜੀਆਂ ਆਉਂਦੀਆਂ ਹੁੰਦੀਆਂ ਉਹ ਵਧੀਆ ਲੱਗਦੀਆਂ ਹੁੰਦੀਆਂ ਸੀ, ਉਹ ਲੱਭਦੀਆਂ ਨਹੀਂ ਕਿਤੇ ਦਿਸਦੀਆਂ ਨਹੀਂ ਸੀ। ਤੇ ਫਿਰ ਮੈਂ ਉਹਨਾਂ ਤੇ ਲਿਖਿਆ ਕਿਹਨੂੰ ਤੱਕਲੇ ਮੈਂ ਵੇਚਾਂ ਸਰਦਾਰਾ, ਚਰਖਾ ਨਹੀਂ ਲੱਭਦਾ, ਕਿਹਨੂੰ ਤੱਕਲੇ ਮੈਂ ਵੇਚਾਂ ਸਰਦਾਰਾ, ਚਰਖਾ ਨਹੀਂ ਲੱਭਦਾ, ਸੋਹਣੀ ਪੱਗ ਵਾਲਿਆ ਵੇ ਸਰਦਾਰਾ, ਚਰਖਾ ਨਹੀਂ ਲੱਭਦਾ, ਕਿੱਥੇ ਗਈ ਬੇਬੇ, ਕਿੱਥੇ ਬੇਬੇ ਦਾ ਸੰਦੂਕ ਵੇ, ਕਿੱਥੇ ਗਈਆਂ ਕੋੜੀਆਂ ਤੇ ਕਿੱਥੇ ਗਏ ਊਠ ਵੇ, ਕਿੱਥੇ ਗਿਆ ਓ ਪੁਰਾਣਾ ਪਿੰਡ ਸਾਰਾ, ਚਰਖਾ ਨਹੀਂ ਲੱਭਦਾ, ਕਿਹਨੂੰ ਤੱਕਲੇ ਮੈਂ ਵੇਚਾਂ ਸਰਦਾਰਾ, ਚਰਖਾ ਨਹੀਂ ਲੱਭਦਾ, ਕਿੱਥੇ ਗਏ ਸ਼ਨੇ, ਕਿੱਥੇ ਤਾਂਬੇ ਦੀਆਂ ਥਾਲੀਆਂ, ਕਿੱਥੇ ਵੇ ਕੜਾਏ ਤੇ ਕੜਾਇਆ ਕੁੰਡੇ ਵਾਲੀਆਂ, ਕਿੱਥੇ ਪੱਠੀਆਂ ਤੇ ਖਿੱਲਾਂ ਦਾ ਖਲਾਰਾ, ਚਰਖਾ ਨਹੀਂ ਲੱਭਦਾ, ਕਿਹਨੂੰ ਤੱਕਲੇ ਮੈਂ ਵੇਚਾਂ ਸਰਦਾਰਾ, ਚਰਖਾ ਨਹੀਂ ਲੱਭਦਾ। क्या बात है मनजीत जी, बहुत ही खूबसूरत और ਤੁਹਾਡੀ ਆਵਾਜ਼ ਵੀ ਬਾਕਮਾਲ ਹੈ ਜੀ। ਬਹੁਤ ਤੁਸੀਂ ਰੂਹ ਤੋਂ ਗਾਉਂਦੇ ਹੋ। ਜੇ ਮੈਂ ਗੱਲ ਕਰਾਂ ਕਿ ਤੁਸੀਂ ਜੇ ਲਿਖਦੇ ਆਪਣੀ ਕਹਿ ਲਓ ਕਿ ਪੁਰਾਣੇ ਸੱਭਿਆਚਾਰ ਨੂੰ ਤੇ ਤੁਸੀਂ ਗਾਉਂਦੇ ਉਤੋਂ ਵੀ ਵਧੀਆ ਆ। ਜਿਵੇਂ ਅਸੀਂ ਗੱਲ ਕਰੀਏ ਕਿ ਪੁਰਾਣੇ ਸਮੇਂ ਦੇ ਵਿੱਚ ਹੇਕਾਂ ਵਾਲੇ ਗੀਤ ਹੁੰਦੇ ਸੀ, ਸੱਭਿਆਚਾਰਕ ਜਿਹੇ ਗੀਤ ਹੁੰਦੇ ਸੀ, ਤਾਂ ਬਿਲਕੁਲ ਹੀ ਉਹੀ ਤੁਸੀਂ ਸਮਾਂ ਬੰਨ ਦਿੱਤਾ। ਜੀ, ਤੇ ਮੈਂ ਚਾਹੂੰਗੀ ਕਿ ਤੁਸੀਂ ਸਾਡੀ ਜਦੋਂ ਕੈਨੇਡਾ ਦੀ ਧਰਤੀ ਤੇ ਆਉਂਦੇ ਆ ਤੇ ਸਾਡੇ ਨਾਲ ਜ਼ਰੂਰ ਸਟੂਡੀਓ ਦੇ ਵਿੱਚ ਆਓ ਤੇ ਅਸੀਂ ਜ਼ਿਆਦਾ ਸਮਾਂ ਰੱਖ ਕੇ ਗੱਲਾਂ ਕਰਾਂਗੇ, ਤਾਂ ਕਿ ਅਸੀਂ ਤੁਹਾਡੀਆਂ ਹੋਰ ਵੀ ਲਿਖਤਾਂ ਸਾਂਝੀਆਂ ਕਰੀਏ, ਹੋਰ ਲੋਕਾਂ ਤੱਕ ਵੀ ਲੈ ਕੇ ਆਈਏ। ਪਰ ਫਿਰ ਕਿਸੇ ਦਿਨ ਮੈਂ ਤੁਹਾਨੂੰ ਜ਼ਰੂਰ ਕਾਲ ਕਰਾਂਗੀ। ਹੁਣ ਤੇ ਅਸੀਂ ਇੱਕ ਦੂਜੇ ਦੇ ਰੂਬਰੂ ਹੋ ਗਏ ਆ, ਕਿਉਂਕਿ ਹੁਣ ਕੋਵਿਡ ਨੇ ਸਾਨੂੰ ਸੋਸ਼ਲ ਮੀਡੀਆ ਦੇ ਰਾਹੀਂ ਲਾਗੇ ਕਰ ਦਿੱਤਾ। ਵੈਸੇ ਤੇ ਅਸੀਂ ਦੂਰ ਆ ਇੱਕ ਦੂਜੇ ਤੋਂ। ਸੋ ਕਿਹੜਾ ਪੋਜ਼ਿਟਿਵ ਮੈਸੇਜ ਦੇਣਾ ਚਾਹੁੰਦੇ ਆ ਤੁਸੀਂ ਸਾਡੇ ਸਾਂਝੇ ਟੀਵੀ ਦੇਖਣ ਵਾਲੇ ਪਰਿਵਾਰਾਂ ਨੂੰ? ਪਹਿਲਾਂ ਤਾਂ ਮੈਂ ਅਜੇ ਸ਼ੁਕਰੀਆ ਨਹੀਂ ਕੀਤਾ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ, ਬਹੁਤ ਧੰਨਵਾਦ। ਤੇ ਤੁਹਾਡੇ ਰਾਹੀਂ ਸਾਡੇ ਵਰਗਿਆਂ ਨੂੰ ਵੀ ਕੋਈ ਪੁੱਛ ਲੈਂਦਾ। ਤੇ ਬਾਕੀ ਮੈਂ ਇਹੀ ਸੁਨੇਹਾ ਦਊਂਗੀ ਵੀ ਇੱਕ ਚੰਗੇ ਰਾਈਟਰ ਬਣਨ ਤੋਂ ਪਹਿਲਾਂ ਚੰਗੇ ਇਨਸਾਨ ਬਣਨਾ ਜ਼ਰੂਰੀ ਹੈ। ਕੀ ਬਾਤ ਹੈ ਜੀ। ਇੱਕ ਵਿਦਵਾਨ ਬਣਨ ਤੋਂ ਪਹਿਲਾਂ ਚੰਗੇ ਇਨਸਾਨ ਬਣਨਾ ਜ਼ਰੂਰੀ ਹੈ। ਜੇ ਅਸੀਂ ਸਾਰੇ ਚੰਗੇ ਇਨਸਾਨ ਬਣ ਗਏ ਤਾਂ ਬੁਰਾਈਆਂ ਤਾਂ ਆਪੇ ਖਤਮ ਹੋ ਜਾਣੀਆਂ। ਬਿਲਕੁਲ ਜੀ। ਸੋ ਬਹੁਤ ਵਧੀਆ ਜੀ ਤੁਹਾਡਾ ਮੈਸੇਜ ਹੈ। ਥੈਂਕ ਯੂ ਮਨਜੀਤ ਜੀ, ਤੁਸੀਂ ਆਪਣਾ ਸਮਾਂ ਦਿੱਤਾ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਜੀ ਸਾਡੇ ਨਾਲ ਮਨਜੀਤ ਕੌਰ ਗਿੱਲ, ਔਰ ਬਹੁਤ ਹੀ ਖੂਬਸੂਰਤ ਇਹਨਾਂ ਦੀ ਆਵਾਜ਼ ਆ, ਲਿਖਤਾਂ ਬਹੁਤ ਪਿਆਰੀਆਂ ਆ। ਇਹਨਾਂ ਦੀਆਂ ਕਿਤਾਬਾਂ ਮੈਨੂੰ ਪੜ੍ਹਨ ਦਾ ਮੌਕਾ ਮਿਲਿਆ, ਮੈਂ ਬਹੁਤ ਪਸੰਦ ਕੀਤੀਆਂ। ਸੋ ਇਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ 'ਚ ਅਸੀਂ ਇਹਨਾਂ ਨੂੰ ਫੇਰ ਲੈ ਕੇ ਆਵਾਂਗੇ, ਹੋਰ ਗੀਤ ਸੁਣਾਂਗੇ। ਤੇ ਤੁਸੀਂ ਕਿਤੇ ਨਹੀਂ ਜਾਣਾ, ਦੇਖਦੇ ਰਿਹਾ ਕਰੋ ਸਾਂਝਾ ਟੀਵੀ। ਪਰ ਵਨਸ ਅਗੇਨ COVID-19 ਆ, #ਡਰਨਾ ਨਹੀਂ ਲੜਨਾ ਆ ਅਸੀਂ ਇਹਦੇ ਨਾਲ। ਸੋ ਖਿਆਲ ਰੱਖਿਓ ਆਪਣਾ। ਸਤਿ ਸ਼੍ਰੀ ਅਕਾਲ ਜੀ।